ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, ਅੱਜ ਆਪਾਂ ਅਸ਼ਟਪਦੀ 19ਵੀਂ ਤੇ ਪਦ 6ਵਾਂ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਵਿਚਾਰਨ ਜਾ ਰਹੇ ਹਾਂ। ਜਿਵੇਂ ਅਕਸਰ ਬੇਨਤੀ ਕਰਦੇ ਹਾਂ ਕਿ ਕੋਈ ਵੀ ਪ੍ਰਾਣੀ ਇਸ ਧਰਤੀ 'ਤੇ ਇੰਨਾ ਸਿਆਣਾ ਨਹੀਂ ਹੈ, ਇੰਨਾ ਵਿਵੇਕ ਬੁੱਧ ਵਾਲਾ ਨਹੀਂ ਹੈ ਜਿਹੜਾ ਸੱਚੇ ਪਾਤਸ਼ਾਹ ਦੀਆਂ ਰਮਜ਼ਾਂ ਨੂੰ ਸਮਝ ਸਕੇ। ਜਿੰਨੀ ਉਹ ਅਪਾਰ ਕਿਰਪਾ ਕਰਦੇ ਹਨ ਉਹਨਾਂ ਪ੍ਰਾਣੀ ਵਿਚਾਰ ਕਰ ਸਕਦਾ ਹੈ, ਉਹਨਾਂ ਬੋਲ ਸਕਦਾ ਹੈ, ਉਹਨਾਂ ਸੁਣ ਸਕਦਾ ਹੈ। ਸੁਖਮਣੀ ਸਾਹਿਬ ਧੰਨ ਧੰਨ ਗੁਰੂ ਅਰਜਨ ਦੇਵ ਜੀ ਦੀ ਇੱਕ ਵੱਡਮੁੱਲੀ ਰਚਨਾ ਹੈ। ਸੱਚੇ ਪਾਤਸ਼ਾਹ ਨੇ ਅਪਾਰ ਕਿਰਪਾ ਕੀਤੀ ਹੈ। ਇੱਕ ਝੂਠ ਨੂੰ ਸੱਚ ਦੇ ਵਿੱਚ ਕਿਵੇਂ ਬਦਲਣਾ ਹੈ, ਇੱਕ ਕੱਚੇ ਨੂੰ ਪੱਕਾ ਕਿਸ ਤਰ੍ਹਾਂ ਬਣਾਉਣਾ ਹੈ, ਇੱਕ ਚੱਲਣਹਾਰ ਨੂੰ ਅਮਰ ਦੇ ਵਿੱਚ ਕਿਵੇਂ ਢਾਲਣਾ ਹੈ। ਧੰਨ ਧੰਨ ਗੁਰੂ ਅਰਜਨ ਦੇਵ ਜੀ ਨੇ ਸੁਖਮਣੀ ਸਾਹਿਬ ਦੇ ਵਿੱਚ 3 ਪ੍ਰਮੁੱਖ ਵਿਸ਼ੇ ਚੁਣੇ ਹਨ। ਪਹਿਲਾ ਵਿਸ਼ਾ ਅਕਾਲ ਦੀ ਮਹਿਮਾ, ਪ੍ਰਭੂ ਦੀ ਸਿਫਤ ਸਲਾਹ, ਪ੍ਰਭੂ ਦਾ ਪਸਾਰਾ, ਵੱਡਾਪਣ, ਵਡਿਆਈ, ਦਾਤੇ ਦੀ ਦਿਆਲਤਾ, ਗੁਰੂ ਦੀ ਕਿਰਪਾਲਤਾ, ਉਹਦੀ ਮਿਹਰ ਆਪਣੇ ਪਿਆਰੇ ਸਿੱਖਾਂ ਨੂੰ ਸਮਝਾਈ ਹੈ। ਦੂਸਰਾ ਵਿਸ਼ਾ ਉਹਨਾਂ ਭਗਤ ਜਨਾਂ ਦਾ ਹੈ ਜਿਹੜੇ ਦਿਨ ਰਾਤ ਸੱਚੇ ਪਾਤਸ਼ਾਹ ਦਾ ਵਾਹਿਗੁਰੂ ਦਾ ਨਾਮ ਸਿਮਰਦੇ ਹਨ, ਇੱਕ ਪਲ ਵੀ ਨਹੀਂ ਭੁੱਲਦੇ ਹਨ, ਜੁੜ ਚੁੱਕੇ ਹਨ ਉਹਦੇ ਨਾਲ, ਉਹਦੇ ਨਾਂ ਦੇ ਮਤਵਾਲੇ ਹੋ ਚੁੱਕੇ ਹਨ। ਤੀਸਰਾ ਵਿਸ਼ਾ ਧੰਨ ਧੰਨ ਗੁਰੂ ਅਰਜਨ ਦੇਵ ਜੀ ਸੱਚੇ ਪਾਤਸ਼ਾਹ ਨੇ ਉਹਨਾਂ ਨਿੰਦਕਾਂ, ਉਹਨਾਂ ਚੁਗਲਖੋਰਾਂ, ਉਹਨਾਂ ਚੋਰ ਹਰਾਮ ਖੋਰਾਂ ਜਿਹੜੇ ਇਸ ਧਰਤੀ ਉੱਤੇ ਆਏ ਹੀ ਹਨ ਨੈਗੇਟਿਵਿਟੀ ਪੈਦਾ ਕਰਨ ਦੇ ਲਈ, ਉਹਨਾਂ ਦਾ ਰੋਲ ਨਾ ਪੱਖੀ ਹੈ। ਕੁਦਰਤ ਤੇ ਪ੍ਰਭੂ ਦੇ ਵਿਚਕਾਰ ਉਹ ਆਪਣੇ ਵਿਚਾਰ ਪੈਦਾ ਕਰਕੇ ਪ੍ਰਭੂ ਦੇ ਭਗਤਾਂ ਦੀ ਨਿੰਦਿਆ ਚੁਗਲੀ ਕਰਦੇ ਹਨ, ਜਿਹੜੀ ਗੁਰੂ ਮਹਾਰਾਜ ਨੂੰ ਭਾਉਂਦੀ ਨਹੀਂ ਹੈ। ਧੰਨ ਧੰਨ ਗੁਰੂ ਅਰਜਨ ਦੇਵ ਜੀ ਨੇ ਉਹਨਾਂ ਦਾ ਥਾਂ, ਉਹਨਾਂ ਦੀ ਔਕਾਤ ਚੰਗੀ ਤਰ੍ਹਾਂ ਸਮਝਾਈ ਹੈ। ਗੁਰੂ ਪਿਆਰਿਓ, ਪ੍ਰੀਤਮ ਪਿਆਰੇ ਰਾਹ ਦੱਸਦੇ ਹਨ। ਜਿਵੇਂ ਕੋਈ ਖੋਏ ਹੋਏ ਪ੍ਰਾਣੀ ਨੂੰ ਰਸਤਾ ਦਿਖਲਾਉਂਦਾ ਹੈ ਜਾਂ ਨੇਤਰਹੀਣ ਜਨ ਨੂੰ ਕੋਈ ਹੱਥ ਨਾਲ ਫੜ ਕੇ ਰਾਹ ਉੱਤੇ ਪਾਉਂਦਾ ਹੈ। ਸੱਚੇ ਪਾਤਸ਼ਾਹ ਅਪਾਰ ਕਿਰਪਾ ਕਰਦੇ ਹਨ। ਧੰਨ ਧੰਨ ਗੁਰੂ ਅਰਜਨ ਦੇਵ ਜੀ ਨੇ ਸੁਖਮਣੀ ਸਾਹਿਬ ਦੇ ਵਿੱਚ 24,000 ਅੱਖਰਾਂ ਦੀ ਵਰਤੋਂ ਕੀਤੀ ਹੈ। 24 ਅਸ਼ਟਪਦੀਆਂ ਹਨ। ਇੱਕ ਅਸ਼ਟਪਦੀ ਦੇ 1,000 ਅੱਖਰ ਹਨ। ਇੱਕ ਅਸ਼ਟਪਦੀ ਦੇ 8 ਭਾਗ ਹਨ, ਜਾਣੀ 8 ਪਦ ਹਨ। ਦੂਸਰੇ ਪਾਸੇ 24 ਘੰਟੇ ਹਨ, 8 ਪਹਿਰ ਹਨ, ਜਿਹੜੇ ਕਿ 3 ਘੜੀਆਂ ਨੂੰ ਮਿਲਾ ਕੇ ਇੱਕ ਪਹਿਰ ਬਣਦਾ ਹੈ। ਇਹਨਾਂ ਸਮੇਂ ਦੀਆਂ ਗਿਣਤੀਆਂ ਮਿਣਤੀਆਂ
ਪ੍ਰਾਣੀ ਉੱਤੇ ਲਾਗੂ ਹੁੰਦੀਆਂ ਹਨ। 24,000 ਸਵਾਸ ਪ੍ਰਭੂ ਦੀ ਕਿਰਪਾ ਦੇ ਨਾਲ ਲੈਂਦਾ ਹੈ। 1 ਘੰਟੇ ਦੇ ਵਿੱਚ 1,000 ਸਵਾਸ। ਸੱਚੇ ਪਾਤਸ਼ਾਹ ਨੇ ਉਹਨਾਂ ਸਵਾਸਾਂ ਨੂੰ, ਉਸ ਸਮੇਂ ਨੂੰ ਸਥਾਈ ਬਣਾਉਣ ਦਾ ਯਤਨ ਕੀਤਾ ਹੈ। ਆਪਣੇ ਪਿਆਰੇ ਸਿੱਖ ਨੂੰ ਸਮਝਾਇਆ ਹੈ ਕਿ ਪਿਆਰਿਆ, ਤੇਰਾ ਸਵਾਸਾਂ ਉੱਤੇ ਕੋਈ ਜ਼ੋਰ ਨਹੀਂ ਹੈ। ਤੂੰ ਆਪਣੇ ਸਵਾਸ ਆਪ ਨਹੀਂ ਲੈਂਦਾ। ਮਿਹਰ ਹੁੰਦੀ ਹੈ ਦਾਤੇ ਦੀ, ਵਾਹਿਗੁਰੂ ਦੀ, ਅਕਾਲ ਪੁਰਖ ਦੀ, ਤਦ ਤੈਨੂੰ ਇੱਕ ਸਵਾਸ ਪ੍ਰਾਪਤ ਹੁੰਦਾ ਹੈ। ਇਹਨਾਂ ਦਾ ਟੋਟਲ ਖਜ਼ਾਨਾ ਅਕਾਲ ਦੇ ਕੋਲ ਹੈ। ਇੱਕ ਦਿਨ ਅਵੱਸ਼ ਹੀ ਹਰ ਪ੍ਰਾਣੀ ਦੇ ਇਹ ਮੁੱਕ ਜਾਂਦੇ ਹਨ। ਬੇਸ਼ੁਮਾਰ ਬੇਗਿਣਤ ਜ਼ਿੰਦਗੀ ਦੇ ਵਿੱਚ ਆਉਂਦੇ ਹਨ, ਪਰ ਜਿਵੇਂ ਕਹਿੰਦੇ ਨੇ ਕਿ ਖੂਹਾਂ ਦੇ ਖੂਹ ਖਾਲੀ ਹੋ ਜਾਂਦੇ ਹਨ, ਇਹ ਸਵਾਸ ਜਿਹੜੇ ਅਕਾਲ ਨੇ ਤੈਨੂੰ ਖੁੱਲ੍ਹ ਦਿਲੀ ਦੇ ਨਾਲ ਬਖਸ਼ੇ ਹਨ, ਉਹ ਮੁੱਕ ਜਾਂਦੇ ਹਨ। ਸਮਾਂ ਵੀ ਮੁੱਕ ਜਾਂਦਾ ਹੈ। ਦੂਸਰੇ ਪਾਸੇ ਪ੍ਰਭੂ ਹਮੇਸ਼ਾ ਹੀ ਹੈ, ਬਦਲਦਾ ਨਹੀਂ ਹੈ। ਸਮੇਂ ਦਾ ਉਹਦੇ ਉੱਤੇ ਕੋਈ ਅਸਰ ਨਹੀਂ ਹੈ। ਸਮੇਂ ਦੇ ਮਾਪਦੰਡ ਪ੍ਰਭੂ ਉੱਤੇ ਲਾਗੂ ਨਹੀਂ ਹੁੰਦੇ ਤੇ ਨਾ ਹੀ ਨਾਮ ਲਾਗੂ ਹੁੰਦੇ ਹਨ। ਸਮਾਂ ਵੀ ਇਨਸਾਨ ਨੇ ਬਣਾਇਆ ਹੈ, ਘੜਿਆ ਹੈ ਆਪਣੀ ਸਹੂਲਤ ਦੇ ਲਈ। ਨਾਮ ਵੀ ਪ੍ਰਾਣੀ ਨੇ ਰੱਖੇ ਹਨ ਆਪਣੀ ਸਾਦਗੀ ਤੇ ਆਪਣੇ ਮਿਲਣ ਗਿਲਣ ਦੇ, ਆਪਣੇ ਪਹਿਚਾਣ ਦੇ ਤੌਰ ਤਰੀਕਿਆਂ ਨੂੰ ਸਾਂਭਣ ਦੇ ਲਈ। ਸਮਾਂ ਤੇ ਨਾਮ ਸੱਚੇ ਪਾਤਸ਼ਾਹ ਧੰਨ ਧੰਨ ਗੁਰੂ ਅਰਜਨ ਦੇਵ ਜੀ ਫਰਮਾਉਂਦੇ ਹਨ ਕਿ ਇਹ ਜਿਹੜੀਆਂ ਬੋਲੀਆਂ ਹਨ, ਭਾਸ਼ਾਵਾਂ ਹਨ, ਇਹਨਾਂ ਤੋਂ ਬਾਹਰ ਵਾਹਿਗੁਰੂ ਹੈ। ਉਹ ਸਾਰੀਆਂ ਹੀ ਬੋਲੀਆਂ ਬੋਲਦਾ ਹੈ, ਸਾਰੀਆਂ ਵਕੈਬਲਰੀਆਂ ਉਹਦੇ ਕੋਲ ਮੌਜੂਦ ਹਨ। ਉਹ ਬੋਲੀ ਤੋਂ ਬਿਨਾਂ ਵੀ ਬੋਲਦਾ ਹੈ। ਉਹ ਅੱਖਾਂ ਤੋਂ ਬਿਨਾਂ ਦੇਖ ਸਕਦਾ ਹੈ, ਕੰਨਾਂ ਤੋਂ ਬਿਨਾਂ ਸੁਣ ਸਕਦਾ ਹੈ। ਉਹਦੇ ਤੌਰ ਤਰੀਕੇ ਮਨੁੱਖ ਨਾਲੋਂ ਵੱਖਰੇ ਹਨ, ਭਿੰਨ ਹਨ। ਅੰਤਰ ਹੈ, ਪਰ ਇਹ ਅੰਤਰ ਉਦੋਂ ਖਤਮ ਹੋ ਜਾਂਦਾ ਹੈ ਜਦੋਂ ਆਰਜੀ ਸਥਾਈ ਦੇ ਨਾਲ ਮਿਲਣ ਦੀ ਇੱਛਾ ਜ਼ਾਹਰ ਕਰਦਾ ਹੈ। ਚੱਲਣ ਹਾਰਾ, ਬਦਲਣ ਵਾਲਾ, ਖਤਮ ਹੋਣ ਵਾਲਾ, ਮੋਕਸ਼ ਦੀ ਪ੍ਰਾਪਤੀ ਦੇ ਲਈ ਜੋਦੜੀ ਕਰਦਾ ਹੈ, ਫਰਿਆਦ ਕਰਦਾ ਹੈ। ਉਦੋਂ ਇਹ ਅੰਤਰ ਖਤਮ ਹੋ ਜਾਂਦਾ ਹੈ। ਫਿਰ ਕੋਈ ਅੰਤਰ ਰਹਿੰਦਾ ਹੀ ਨਹੀਂ। ਧੰਨ ਧੰਨ ਗੁਰੂ ਅਰਜਨ ਦੇਵ ਜੀ ਸੰਸਾਰੀ ਨੂੰ, ਗ੍ਰਸਤੀ ਨੂੰ ਸਿੱਧੇ ਲਫ਼ਜ਼ਾਂ ਦੇ ਵਿੱਚ ਸਮਝਾਉਂਦੇ ਹਨ। ਗ੍ਰਸਤੀ ਤੇ ਸੰਸਾਰੀ ਦੋਨੇ ਭੋਲੇ ਹਨ, ਇਨੋਸੈਂਟ ਹਨ। ਉਹਨਾਂ ਨੂੰ ਵਿਚਾਰਿਆਂ ਨੂੰ ਇਹ ਪਤਾ ਨਹੀਂ ਹੈ ਕਿ ਖਿੱਚ ਕਲਯੁਗ ਦੀ ਹੈ, ਜਿਹਦੇ ਵਿੱਚ ਮਾਇਆ ਇੰਚਾਰਜ ਬਣਾਈ ਹੋਈ ਹੈ। ਉਹ ਹਰ ਕਿਸੇ ਦੇ ਉੱਤੇ ਯਤਨ ਅਸਰ ਪਾਉਂਦੀ ਹੈ ਤੇ ਆਪਣੇ ਹੀ ਬਣਾ ਲੈਂਦੀ ਹੈ। ਗੁਰੂ
ਗੁਰੂ ਦੀ ਬਖਸ਼ੀ ਹੋਈ ਰੂਹ ਇਸ ਸੰਸਾਰ ਦੇ ਵਿੱਚ ਤਰਦੀ ਹੈ। ਪਰਮਾਤਮਾ ਜਾਂ ਉਹਦੇ ਭਗਤ ਇੱਕੋ ਹੀ ਰੂਪ ਹਨ, ਕੋਈ ਭਿੰਨਤਾ ਨਹੀਂ ਹੈ। ਗੁਰ ਕੀ ਮਤ ਤੂੰ ਲੈ ਏ ਆਨੇ, ਭਗਤ ਬਿਨਾ ਬਹੁ ਡੂਬੇ ਸਿਆਣੇ। ਗੁਰੂ ਨੂੰ ਪਤਾ ਹੈ, ਗੁਰੂ ਨੂੰ ਸਮਝ ਹੈ ਕਿ ਨੁਕਸਾਨ ਵਾਲਾ ਕਿਹੜਾ ਤਰੀਕਾ ਹੈ, ਲਾਭਦਾਇਕ ਪਾਸਾ ਕਿਹੜਾ ਹੈ। ਗੁਰੂ ਨੂੰ ਇਹ ਸਮਝ ਹੈ, ਪਰ ਪ੍ਰਾਣੀ ਨੂੰ, ਸੰਸਾਰੀ ਨੂੰ, ਗ੍ਰਸਤੀ ਨੂੰ ਭੋਲਾ ਹੋਣ ਕਰਕੇ ਇਹ ਪਰਖ ਨਹੀਂ। ਉਹਨੂੰ ਛਲ ਦੀ ਸਮਝ ਨਹੀਂ ਆਉਂਦੀ। ਜਦੋਂ ਮਾਇਆ ਛਲ ਕੇ ਲੈ ਜਾਂਦੀ ਹੈ, ਪ੍ਰਾਣੀ ਬੇਕਸੂਰ ਹੈ। ਗੁਰ ਕੀ ਮਤ ਤੂੰ ਲੈ ਏ ਆਨੇ, ਭੋਲਿਆ ਬੰਦਿਆ, ਸਿੱਧੇ ਸਾਧਿਆ, ਜੇ ਤੈਨੂੰ ਨਹੀਂ ਪਤਾ ਲੱਗਦਾ ਤਾਂ ਗੁਰੂ ਦੀ ਅਕਲ ਨੂੰ ਗ੍ਰਹਿਣ ਕਰ ਲੈ, ਸਿੱਖ ਮਤ ਲੈ ਲੈ। ਗੁਰੂ ਤੈਨੂੰ ਪੜ੍ਹਾਉਂਦਾ ਹੈ, ਸਮਝਾਉਂਦਾ ਹੈ। ਮਾਇਆ ਤੇਰੇ ਉੱਤੇ ਛਲ ਕਰਕੇ ਵਿਗਾੜਦੀ ਹੈ। ਦੋਨਾਂ ਦੇ ਵਿੱਚੋਂ ਤੂੰ ਵਸ਼ ਹੀ ਗੁਰੂ ਨੂੰ ਚੁਣ, ਉਹਦੀ ਸਾਧਨਾ ਕਰ, ਉਹਦੀ ਆਰਾਧਨਾ ਕਰ, ਉਹਨੂੰ ਦਿਨ ਰਾਤ ਧਿਆ। ਬਹੁਤ ਬਹੁਤ ਇੱਥੇ ਆਏ ਜਿਹੜੇ ਅਕਲ ਵਾਲੇ ਸਨ, ਰਾਵਣ ਵਰਗੇ ਗਿਆਨਵਾਨ ਲੋਕ ਇਸ ਧਰਤੀ ਉੱਤੇ ਆਏ, ਪਰ ਹਾਰ ਕੇ ਚਲੇ ਗਏ। ਕੁਝ ਖੱਟਿਆ ਨਹੀਂ, ਰਾਜ ਵੀ ਮਿਲ ਗਿਆ, ਪਰ ਫਿਰ ਵੀ ਆਪਣੇ ਗਿਆਨ ਦਾ ਲਾਭ ਨਹੀਂ ਲੈ ਸਕੇ। ਡੁੱਬ ਗਏ, ਮਰ ਗਏ, ਖੱਪ ਗਏ। ਹਰਨਾਕਸ਼ ਮਰ ਗਏ। ਦੁਨੀਆ ਨੂੰ ਫਤਿਹ ਕਰਨ ਵਾਲੇ ਸਿਕੰਦਰ ਬਾਦਸ਼ਾਹ ਵਰਗੇ ਚਲੇ ਗਏ। ਭਗਤ ਤਰ ਗਏ। ਬੇਸ਼ੱਕ ਛੋਟੇ ਵਿਚਾਰੇ, ਨੀਵੇਂ, ਸਿੱਧੇ ਸਾਦੇ ਸਨ, ਪਰ ਉਹ ਪਾਰ ਉਤਰ ਗਏ। ਜਿਹੜੇ ਅਕਲ ਵਾਲੇ ਕਹਾਉਂਦੇ ਸਨ, ਜਿਨ੍ਹਾਂ ਨੂੰ ਲੋਕ ਵਿਦਵਾਨ ਮੰਨਦੇ ਸਨ, ਰਾਜੇ ਸਨ, ਉੱਚੇ ਘਰਾਣਿਆਂ ਨਾਲ ਸੰਬੰਧਿਤ ਸਨ, ਉਹ ਜ਼ਿੰਦਗੀ ਦੀ ਬਾਜੀ ਹਾਰ ਗਏ, ਡੁੱਬ ਗਏ, ਕਿਉਂਕਿ ਉਹਨਾਂ ਨੇ ਪ੍ਰਭੂ ਦਾ ਸਿਮਰਨ ਨਹੀਂ ਕੀਤਾ। ਜੇ ਕੀਤਾ ਤਾਂ ਆਪਣਾ ਹੀ ਕੀਤਾ ਹੈ, ਆਪਣੀ ਅਕਲ ਨੂੰ ਵੱਡੇ ਦੱਸਿਆ ਹੈ। ਸਾਈਂ ਦੇ ਸਿਮਰਨ ਤੋਂ ਵਾਂਝੇ ਰਹਿ ਗਏ, ਆਪਣੀ ਅਕਲ ਦੇ ਜਾਲ ਵਿੱਚ ਫਸ ਕੇ ਡੁੱਬ ਗਏ। ਹਰ ਕੀ ਭਗਤ ਕਰੋ ਮਨ ਮੀਤ, ਨਿਰਮਲ ਹੋਏ ਤੁਮਾਰੋ ਚੀਤ। ਵਾਹਿਗੁਰੂ ਅਕਾਲ ਪੁਰਖ ਦੀ ਪ੍ਰਾਰਥਨਾ, ਵਾਹਿਗੁਰੂ ਦੀ ਬੇਨਤੀ, ਈਸ਼ਵਰ ਦਾ ਧਿਆਨ, ਅਕਾਲ ਦੀ ਉਸਤਤ, ਪ੍ਰੀਤਮ ਪਿਆਰੇ ਦੀ ਆਰਾਧਨਾ। ਤੂੰ ਮੇਰੇ ਮਿੱਤਰ ਕਰ ਲੈ, ਆਪਣੇ ਦਿਲ ਨੂੰ ਵਾਹਿਗੁਰੂ ਦੇ ਨਾਲ ਜੋੜ ਲੈ।
ਤੇਰਾ ਜਿਹੜਾ ਚਿੱਤ ਭੱਜਿਆ ਫਿਰਦਾ ਹੈ, ਛਲਾਂਗਾ ਲਗਾਉਂਦਾ ਹੈ, ਇਹ ਬੰਦ ਹੋ ਜਾਵੇਗਾ। ਇਹਦੇ ਵਿੱਚ ਜਿਹੜਾ ਜੰਗਲੀਪਣ ਹੈ, ਇਹਦਾ ਨਰਮੋ ਮਨ ਹੈ, ਉਹ ਸ਼ਾਂਤ ਨਿਰਮਲ ਹੋ ਜਾਏਗਾ। ਚਿੱਤ ਹੈ ਜਿਹੜਾ, ਚਰਨ ਕਮਲ ਰਾਖੋ ਮਨ ਮਾਹੇ, ਜਨਮ ਜਨਮ ਕੇ ਕਿਲ ਬਿਖ ਜਾਏ। ਅਕਾਲ ਦੇ ਚਰਨ ਕਮਲ ਵਾਹਿਗੁਰੂ ਦੇ, ਜਿਹਨੇ ਇਹ ਸ੍ਰਿਸ਼ਟੀ ਸਾਜੀ ਹੈ, ਬਣਾਈ ਹੈ, ਸਵਾਰੀ ਹੈ, ਉਹਦੇ ਚਰਨ ਕਮਲਾਂ ਵੱਲ ਧਿਆਨ ਰੱਖ। ਤੇਰੇ ਜਨਮ ਜਨਮਾਂ ਦੇ ਕੀਤੇ ਹੋਏ ਪਾਪ ਝੜ ਜਾਣਗੇ, ਮੁੱਕ ਜਾਣਗੇ। ਤੇਰੇ ਲਈ ਮੁਕਤੀ ਦਾ ਰਾਹ ਪੱਧਰਾ ਹੋ ਜਾਵੇਗਾ। ਜਦੋਂ ਤੂੰ ਨਾਮ ਦੇ ਭੰਡਾਰੇ ਨਾਲ ਜੁੜ ਗਿਆ ਪ੍ਰਾਣੀ, ਫਿਰ ਤੇਰੇ ਵਿੱਚ ਵੰਡਣ ਦੀ ਭਾਵਨਾ ਅਤਾਵਨੀ ਹੋ ਜਾਵੇਗੀ, ਬਲਵਾਨ ਹੋ ਜਾਵੇਗੀ। ਤੇਰੇ ਮਨ ਦੀ ਅਵਸਥਾ ਦੇਣ ਵੱਲ, ਵੰਡਣ ਵੱਲ ਲੱਗ ਜਾਵੇਗੀ, ਨਾ ਕਿ ਪ੍ਰਾਪਤ ਕਰਨ ਮੰਗਣ ਵੱਲ ਹਟ ਜਾਵੇਗੀ। ਸੱਚੀ ਮੁੱਚੀ ਅਕਲ ਆ ਜਾਵੇਗੀ। ਜੇ ਤੂੰ ਆਪ ਉਹਦਾ ਨਾਂ ਲੈਣ ਲੱਗ ਜਾਵੇ, ਆਪ ਜਪੋ ਅਵਰਾ ਨਾਮ ਜਪਾਵੋ, ਸੁਨਤ ਕਹਤ ਰਾਹਤ ਗਤ ਪਾਵੋ। ਤੈਨੂੰ ਆਦਤ ਪੈ ਗਈ ਉਹਦਾ ਨਾਮ ਜਪਣ ਦੀ, ਤੈਂ ਉਹਦੇ ਸੰਗੀਆਂ ਤੋਂ ਸਿੱਖ ਲਿਆ। ਉਹਨਾਂ ਨੇ ਤੇਰੇ ਉੱਤੇ ਅਪਾਰ ਕਿਰਪਾ ਕਰ ਦਿੱਤੀ, ਤੈਨੂੰ ਸਮਝਾ ਦਿੱਤਾ। ਹੁਣ ਤੈਨੂੰ ਆਦਤ ਪੈ ਗਈ, ਸ਼ੌਕ ਤੋਂ ਤਬਦੀਲੀ ਹੋ ਗਈ। ਹੁਣ ਤੇਰੇ ਜੀਵਨ ਦੇ ਵਿੱਚ ਉਹਦਾ ਇੱਕ ਵੱਖਰਾ ਰਾਹ ਤੁਰ ਪਿਆ। ਸਵੇਰੇ ਉੱਠਣ ਦਾ, ਨਾਮ ਜਪਣ ਦਾ, ਪ੍ਰਭੂ ਨੂੰ ਧਿਆਉਣ ਦਾ ਇੱਕ ਵੱਖਰਾ ਰੰਗ ਚੜ੍ਹਨ ਲੱਗਿਆ ਤੇਰੀ ਆਤਮਾ ਉੱਤੇ। ਸਵੇਰੇ ਸਵੇਰੇ ਅੰਮ੍ਰਿਤ ਵੇਲੇ ਨਿੰਦਿਆ ਚੁਗਲੀ ਖਤਮ ਹੋ ਗਈ। ਤੇਰਾ ਗ੍ਰਹਿ ਪਿਆਰਿਆ ਇੱਕ ਅੰਮ੍ਰਿਤ ਬਣ ਗਿਆ, ਸਵਰਗ ਦਾ ਰੂਪ ਧਾਰਨ ਕਰ ਗਿਆ। ਕਲਾ ਕਲੇਸ਼ ਉੜ ਗਈ, ਸ਼ਾਂਤੀ ਹੀ ਸ਼ਾਂਤੀ ਹੈ। ਹੁਣ ਤੂੰ ਇੱਕ ਹੋਰ ਫਰਜ਼ ਨਿਭਾ ਸਕਦਾ ਹੈ। ਤੇਰੀ ਜ਼ਿੰਮੇਵਾਰੀ ਹੈ, ਤੈਨੂੰ ਨਿਭਾਉਣਾ ਚਾਹੀਦਾ ਹੈ। ਆਪ ਜਪੋ ਅਵਰਾ ਨਾਮ ਜਪਾਵੋ, ਦੂਸਰਿਆਂ ਨੂੰ ਸਮਝਾ। ਤੇਰਾ ਭਾਂਡਾ ਭਰ ਗਿਆ, ਹੁਣ ਊਣਿਆਂ ਵਾਲਿਆਂ ਨੂੰ ਦੱਸ ਦੇ, ਜਾਂ ਜਿਨ੍ਹਾਂ ਦੇ ਭਾਂਡੇ ਜਮਾਂ ਹੀ ਖਾਲੀ ਨੇ ਉਹਨਾਂ ਨੂੰ ਸਮਝਾ ਦੇ ਕਿ ਵਡਮੁੱਲਾ ਹੈ ਦਾਤੇ ਦਾ ਨਾਮ। ਤਰ ਜਾਣ ਦੇ ਲਈ, ਮਹਾਸਾਗਰ 'ਚੋਂ ਬਾਹਰ ਨਿਕਲਣ ਲਈ, ਮਾਇਆ ਦੇ ਸੰਤਾਪ ਤੋਂ ਆਜ਼ਾਦ ਹੋਣ ਲਈ ਅਕਾਲ ਪੁਰਖ ਦੀ ਬੇੜੀ ਮਹਾਨ ਹੈ। ਹੁਣ ਤੂੰ ਆਪ ਵੀ ਜਪ, ਛੱਡੀ ਨਾ, ਤੇ ਦੂਸਰਿਆਂ ਨੂੰ ਇਸ ਪਾਸੇ ਪ੍ਰੇਰ। ਜ਼ਿੰਮੇਵਾਰੀ ਨਿਭਾ। ਤੇਰੇ ਤੇ ਪ੍ਰਸੰਨ ਹੋ ਕੇ ਪ੍ਰੀਤਮ ਪਿਆਰੇ ਨੇ ਤੈਨੂੰ ਸਿਖਾ ਦਿੱਤਾ, ਸੱਚ ਦਾ ਰਾਹ ਬਤਾ ਦਿੱਤਾ।
ਤੈਨੂੰ ਆਪਣਾ ਬਣਾ ਲਿਆ। ਹੁਣ ਤੂੰ ਉਹ ਵੰਡ ਦੇ। ਸੁਣਤ ਕਹਿਤ ਰਹਿਤ ਗਤ ਪਾਵੋ। ਸੁਣਦਾ, ਮੂੰਹ ਤੋਂ ਉਚਾਰਦਾ, ਉਸ ਸੁਭਾਅ ਦੇ ਵਿੱਚ ਆਪਣੇ ਆਪ ਨੂੰ ਢਾਲ ਕੇ ਤੂੰ ਗਤੀ ਪਾ ਲਵੇਗਾ, ਮੁਕਤੀ ਪ੍ਰਾਪਤ ਕਰ ਲਵੇਗਾ। ਇਹ ਤੇਰੇ ਉੱਤੇ ਦਾਤੇ ਦੀ ਕਿਰਪਾ ਹੋਈ ਤਦ ਹੀ ਸੰਭਵ ਹੈ। ਤੂੰ ਸਵਾਰਥ ਚੋਂ ਨਿਕਲ ਕੇ ਵੰਡਦਾ ਹੈ, ਤੇਰਾ ਤੇਰਾ ਕਰਕੇ। ਹੁਣ ਸਾਰੇ ਹੀ ਤੈਨੂੰ ਪਿਆਰ ਕਰਦੇ ਹਨ। ਸੁਣਤ ਕਹਿਤ ਰਾਹਤ ਗਤ ਪਾਵੋ। ਜੋ ਸੁਣੇ ਤੇ ਕਹੇ ਤੇ ਮਰਿਆਦਾ ਦੇ ਵਿੱਚ ਰਹਿ ਕੇ ਮੋਕਸ਼ ਪ੍ਰਾਪਤ ਕਰ ਲਵੇਗਾ। ਸਾਰ ਭੂਤ ਸਤ ਹਰ ਕੋ ਨਾਉ। ਅਸਲੀ ਵਸਤੂ ਵਾਹਿਗੁਰੂ ਦਾ ਨਾਮ ਹੈ, ਉਹਦੀ ਮਹਿਮਾ ਹੈ। ਸਹਿਜ ਸੁਭਾਏ ਨਾਨਕ ਗੁਣ ਗਾਉ। ਸੱਚੇ ਪਾਤਸ਼ਾਹ ਧੰਨ ਧੰਨ ਗੁਰੂ ਅਰਜਨ ਦੇਵ ਜੀ ਸਮਝਾਉਂਦੇ ਹਨ ਕਿ ਸਾਰੀਆਂ ਵਸਤਾਂ ਦੇ ਵਿੱਚ ਸ਼੍ਰੋਮਣੀ ਵਸਤੂ ਪ੍ਰਭੂ ਦਾ ਨਾਮ ਹੈ, ਜਿਹੜਾ ਅਸਲੀ ਹੈ, ਨਕਲੀ ਨਹੀਂ। ਉਹਦੀ ਪ੍ਰਸ਼ੰਸਾ, ਉਹਦੀ ਸਿਫਤ ਸਲਾਹ ਗਿਆਨਵਾਨ ਲੋਕਾਂ ਕੋਲ ਉਹਦੀ ਕਿਰਪਾ ਨਾਲ ਪਹੁੰਚਦੀ ਹੈ। ਉਹ ਵੀ ਅਸਲੀ ਹੈ, ਨਕਲੀ ਨਹੀਂ। ਤੇਰੇ ਉੱਤੇ ਮਿਹਰ ਅਪਾਰ ਹੋਈ ਹੈ, ਤੈਨੂੰ ਸ਼ਾਂਤੀ ਮਿਲਣੀ ਚਾਹੀਦੀ ਹੈ, ਪਰ ਉਦੋਂ ਹੀ ਜਦੋਂ ਤੂੰ ਨਾਨਕ ਦਾ ਦੱਸਿਆ ਹੋਇਆ ਗੀਤ ਗਾਵੇਗਾ, ਉਹ ਵੀ ਸਹਿਜ ਸੁਭਾਏ। ਫਿਰ ਤੇਰੀ ਪੱਤ ਰੱਖਣ ਦੇ ਲਈ ਨਾਨਕ ਆਪਣੀ ਜ਼ਿੰਮੇਵਾਰੀ ਅਵਾਸ਼ੀ ਨਿਭਾਵੇਗਾ। ਤੈਨੂੰ ਹੱਥ ਨਾਲ ਫੜ ਕੇ ਅਕਾਲ ਦੇ ਅੱਗੇ ਲੈ ਜਾਵੇਗਾ, ਕਿਉਂਕਿ ਨਾਨਕ ਤੇਰੇ ਉੱਤੇ ਅਤੀ ਪ੍ਰਸੰਨ ਹੈ। ਸਾਰ ਭੂਤ ਸਤ ਹਰ ਕੋ ਨਾਉ। ਸਹਿਜ ਸੁਭਾਏ ਨਾਨਕ ਗੁਣ ਗਾਉ। ਸਾਰੀਆਂ ਵਸਤੂਆਂ ਦੇ ਵਿੱਚੋਂ ਜੇ ਅਸਲੀ ਵਸਤੂ ਹੈ ਤਾਂ ਪ੍ਰਭੂ ਦਾ ਨਾਮ ਹੈ। ਸਹਿਜ ਸੁਭਾਏ ਕੁਦਰਤੀ ਟਿਕਾਉ ਦੇ ਨਾਲ ਪ੍ਰਭੂ ਦੇ ਗੁਣ ਗਾ। ਪ੍ਰੀਤਮ ਪਿਆਰੇ ਦੀ ਸਿਫਤ ਸਲਾਹ ਕਰ, ਵੱਡੇ ਦੀਆਂ ਵਡਿਆਈਆਂ ਕਰ, ਉਹਦੇ ਗੀਤ ਗਾ। ਮਸਤੀ ਨਾਲ ਤੇਰਾ ਹਿਰਦਾ ਭਰ ਜਾਵੇਗਾ। ਗੁਰੂ ਪਿਆਰਿਓ, ਇੱਕ ਵਾਰ ਆਪਾਂ ਇਸੇ ਪਦ ਨੂੰ ਅੰਗਰੇਜ਼ੀ ਦੇ ਵਿੱਚ ਵਿਚਾਰ ਲਈਏ। ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਗੁਰ ਕੀ ਮਤ ਤੂੰ ਲੈ ਏ ਆਨੇ। ਲਰਨ ਦਾ ਵਿਜ਼ਡਮ ਆਫ ਗੁਰੂ, advice of Guru. He the one path shower to you. He the one to advise you get out from this ego system. ਤੂੰ ਉਹਦੀ ਅਕਲ ਨੂੰ take his God's wisdom. Oh my innocent, oh my silly man, take Guru's advice. ਭਗਤ ਬਿਨਾ ਬਹੁ ਡੂਬੇ ਸਿਆਣੇ. Without meditation, without Lord's name, it's not an easy task. It's God's grace task. Guru help you. Vaheguru forgive you. Question don't rise.
that you will not cross। ਪਰ ਜਿਨ੍ਹਾਂ ਨੇ ਭਗਤੀ ਨਹੀਂ ਕੀਤੀ, ਤੈਨੂੰ ਸਿਮਰਿਆ ਵੀ ਨਹੀਂ, ਤੇਰੀ ਬੰਦਨਾ ਨਹੀਂ ਕੀਤੀ, ਉਹ ਡੁੱਬ ਗਏ, ਖੱਪ ਕੇ ਮਰ ਗਏ। ਉਹਨਾਂ ਨੂੰ ਸਮਝ ਹੀ ਨਹੀਂ ਆਈ, ਥੋੜ੍ਹੀ ਬਹੁਤੀ ਆਈ ਵੀ, then it's too late। ਗੁਰੂ ਪਿਆਰਿਓ, ਸੱਚੇ ਪਾਤਸ਼ਾਹ ਨੇ ਮਿਹਰ ਕੀਤੀ ਹੈ। ਆਪਾਂ ਇੱਕ ਵੇਰ ਅੰਗਰੇਜ਼ੀ ਦੇ ਵਿੱਚ ਵਿਚਾਰ ਕਰਕੇ ਹੁਣ ਜਿਹੜਾ ਨਿਚੋੜ ਹੈ ਉਹ ਕੱਢ ਕੇ ਗੁਰੂ ਦੀ ਕਿਰਪਾ ਦੇ ਨਾਲ, ਉਹਦੀ ਮਿਹਰ ਦੇ ਨਾਲ ਸਮਝਣ ਦਾ ਯਤਨ ਕਰਦੇ ਹਾਂ। ਪ੍ਰਭੂ ਦਾ ਦੇਸ਼, ਉਹਦੀ ਬੋਲੀ, ਉਹਦਾ ਮਿਲਾਪ ਭਗਤਾਂ ਰਾਹੀਂ ਹੁੰਦਾ ਹੈ। ਉਹਦੇ ਭਗਤ ਉਹਦੇ ਦੇਸ਼ ਦੇ ਵਿੱਚ ਵੱਸਦੇ ਹਨ, ਅਤੇ ਜਦੋਂ ਉਹ ਸਮਝਾਉਂਦੇ ਹਨ ਤਾਂ ਸੌਖੀ ਸਮਝ ਆ ਜਾਂਦੀ ਹੈ। ਇਸ ਕਰਕੇ ਪਿਆਰਿਆ, ਤੂੰ ਗੁਰੂ ਦੇ ਨਾਲ ਬੈਠ ਕੇ ਉਹਦੇ ਚਰਨਾਂ 'ਚ ਉਹਦੀ ਅਕਲ ਨੂੰ ਪ੍ਰਵਾਨ ਕਰ ਲੈ। ਭਗਤ ਬਿਨਾਂ ਬਹੁਤ ਡੂਬੇ ਸਿਆਣੇ, ਵੱਡੇ ਵੱਡੇ ਵਿਚਾਲੇ ਮੁੱਕ ਗਏ, ਮਰ ਗਏ, ਕਿਨਾਰਾ ਨਹੀਂ ਮਿਲਿਆ ਉਹਨਾਂ ਨੂੰ, ਕਿਉਂਕਿ ਉਹਨਾਂ ਨੇ ਆਪਣੀ ਮੱਤ ਨੂੰ ਗੁਰੂ ਦੇ ਸੇਵਕਾਂ ਦੀ ਮੱਤ ਨਾਲੋਂ ਵੱਡੇ ਕਰ ਦਿੱਤਾ। ਉਹਦੀ ਭਗਤੀ, ਦਾਤੇ ਦੀ ਬੰਦਨਾ ਦਿਨ ਰਾਤ ਕਰ। ਤੇਰਾ ਕੀ ਲੱਗਦਾ ਹੈ, ਤੇਰੀ ਇਨਵੈਸਟਮੈਂਟ ਕੀ ਹੋਈ ਹੈ? ਟੋਟਲੀ ਫ੍ਰੀ, ਵਿਦਾਊਟ ਐਨੀ ਮਨੀ। ਗੁਰੂ ਇਜ਼ ਦੇਅਰ ਟੂ ਟੀਚ ਯੂ। ਮੇਰੇ ਮਨ, ਤੂੰ ਛਲ ਦੀ ਦੁਨੀਆ ਨੂੰ ਛੱਡ ਕੇ ਪ੍ਰੀਤਮ ਵਾਲਾ ਰਸਤਾ ਅਖਤਿਆਰ ਕਰ ਲੈ ਅਤੇ ਉਹਦੀ ਭਗਤੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਕੀ ਲੱਗਦਾ ਤੇਰਾ? ਕੁਝ ਵੀ ਨਹੀਂ। ਮਨ ਵੀ ਉਹਦਾ ਹੈ, ਤਨ ਵੀ ਉਹਦਾ ਹੈ, ਅਤੇ ਧਨ ਵੀ ਉਹਦਾ ਹੈ। ਫਿਰ ਤੇਰਾ ਖਰਚਾ ਕੀ ਆਇਆ? ਕੁਝ ਵੀ ਨਹੀਂ। ਤੈਨੂੰ ਛੱਡਣਾ ਕੀ ਪਿਆ? ਕੁਝ ਵੀ ਨਹੀਂ। ਸਾਰਾ ਕੁਝ ਠੀਕ ਹੈ। ਜੇ ਤੂੰ ਡੁੱਬਣੇ ਵਾਲੀ ਕਿਸ਼ਤੀ 'ਚੋਂ ਨਿਕਲਣਾ ਹੈ ਤਾਂ ਗੁਰੂ ਦੀ ਮੱਤ ਨੂੰ ਸਮਝ ਲੈ, ਤਾਂ ਕਿ ਤੂੰ ਪਾਰ ਹੋ ਜਾਵੇਂ। ਜਿਹੜੇ ਆਪਣੇ ਆਪ ਨੂੰ ਅਕਲ ਵਾਲੇ ਸਮਝਦੇ ਸਨ, ਵਿਦਵਾਨ ਮੰਨਦੇ ਸਨ, ਉਹ ਤਾਂ ਵਿਚਾਰੇ ਤੁਰ ਗਏ। ਹੁਣ ਦਿਨ ਰਾਤ ਆਪਣੇ ਸਕੈਜੂਅਲ ਨੂੰ ਠੀਕ ਕਰ ਲੈ। ਕੋਈ ਸਮਾਂ ਮਾੜਾ ਨਹੀਂ ਹੈ, ਕੋਈ ਤਿੱਥ ਮਾੜੀ ਨਹੀਂ ਹੈ। ਸਾਰੇ ਦੇ ਸਾਰੇ ਸਮੇਂ ਨੂੰ ਪ੍ਰਮਾਤਮਾ ਸੱਚੇ ਪਾਤਸ਼ਾਹ ਨੇ ਪਵਿੱਤਰ ਮੰਨਿਆ ਹੈ। ਮੇਰੇ ਮਿੱਤਰ, ਮੇਰੀ ਆਤਮਾ, ਕਿਉਂ ਨਹੀਂ ਤੂੰ ਜਪਦੀ ਮੁਰਾਰੀ ਨੂੰ? ਨਿਰਮਲ ਹੋਏ ਤੁਮਾਰੋ ਚੀਤ। ਗੁਰੂ ਦੀ ਮੱਤ ਦੇ ਨਾਲ, ਸੱਚੇ ਪਾਤਸ਼ਾਹ ਦੀ ਮਹਿਮਾ, ਸੱਚੇ ਪਾਤਸ਼ਾਹ ਦਾ ਕੀਰਤਨ ਸੁਣਨ ਦੇ ਨਾਲ, ਇਹ ਜਿਹੜੀ ਡਬਲ ਮਾਈਂਡਡਨੈਸ ਹੈ, ਕਾਲੀ ਕਾਲੀ ਡਿਪਰੈਸ਼ਨ, ਮਨ ਦਾ ਟਿਕਾ ਨਹੀਂ ਹੈ, ਮਨ ਟਿਕਦਾ ਨਹੀਂ ਹੈ, ਡਰ ਹੈ, ਉਹਦੇ ਵਿੱਚ ਸਮਾਂ ਲੰਘੀ ਜਾਂਦਾ ਹੈ। ਉਸੇ ਸਮੇਂ ਨੂੰ ਪ੍ਰਭੂ ਦੀ ਭਗਤੀ ਦੇ ਵਿੱਚ ਲਗਾ ਦੇ ਪ੍ਰਾਣੀ।
ਨਿਰਮਲ ਹੋਏ ਤੁਮਾਰੋ ਚੀਤ, ਬਰਫ਼ ਵਰਗੀ ਠੰਡਕ ਤੈਨੂੰ ਮਿਲ ਜਾਵੇਗੀ। ਤੂੰ ਸ਼ਾਂਤੀ ਦੇ ਵਿੱਚ ਰਹੇਗਾ। ਤੇਰਾ ਚਿੱਤ ਹੈ ਜਿਹੜਾ ਬਰਫ਼ ਵਰਗਾ ਹੋ ਜਾਵੇਗਾ। ਚਰਨ ਕਮਲ ਰਾਖੋ ਮਨ ਮਾਏ, ਸੱਚੇ ਪਾਤਸ਼ਾਹ ਦੇ ਵਣ ਤੇ ਕਮਲ ਆਪਣੇ ਮਨ ਦੇ ਵਿੱਚ ਟਿਕਾ ਲੈ। ਜਨਮ ਜਨਮ ਕੇ ਕਿਲ ਵਿਖ ਜਾਏ, ਜਨਮ ਜਨਮਾਂਤਰਾਂ ਦੇ ਜਿਹੜੇ ਵੱਡੇ ਵੱਡੇ ਪਾਪ ਤੇਰੇ ਮੱਥੇ ਉੱਤੇ ਉਕਰੇ ਹੋਏ ਹਨ, ਉਹਨਾਂ ਦਾ ਭੋਗ ਪੈ ਗਿਆ, ਉਹ ਨੱਸ ਗਏ। ਹੁਣ ਤਾਂ ਪਿਆਰ ਰੂਪੀ ਆਤਮਾ ਤੇਰੇ ਸੰਗੀ ਬਣ ਗਏ ਹਨ। ਉਹਨਾਂ ਦਾ ਕਿਹਾ ਹੋਇਆ ਇੱਕ ਇੱਕ ਲਫ਼ਜ਼ ਅਰਥ ਵਾਲਾ ਹੈ। ਪ੍ਰਭੂ ਨੂੰ ਮਿਲਣ ਦਾ ਤਜਰਬਾ ਹੈ ਉਹਨਾਂ ਦੇ ਕੋਲ, ਜਿਹੜਾ ਸੰਗਤ ਨੂੰ ਸਮਝਾਉਂਦੇ ਹਨ। ਉਹਨਾਂ ਦੀ ਗੱਲ ਸੁਣ ਲਵੇ ਤਾਂ ਛੇਤੀ ਹੱਲ ਨਿਕਲ ਆਉਂਦਾ ਹੈ। ਤੇਰਾ ਮਨ, ਤੇਰਾ ਤਨ, ਤੇਰਾ ਧਨ, ਸਾਰੇ ਦਾ ਸਾਰਾ ਪਾਰ ਲੱਗ ਜਾਵੇਗਾ। ਚਲੋ ਕਮਲ ਰਾਖੋ ਮਨ ਮਾਏ, ਜਨਮ ਜਨਮ ਕੇ ਕਿਲ ਵਿਖ ਜਾਏ। ਪ੍ਰੀਤਮ ਪਿਆਰੇ ਦੇ ਚਰਨਾਂ ਨੂੰ ਆਪਣੇ ਮਨ ਦੇ ਵਿੱਚ ਵਸਾ ਲੈ। ਲਾਭ ਕੀ ਹੋਵੇਗਾ? ਜਦੋਂ ਮਨ ਦੇ ਵਿੱਚ ਚਰਨਾਂ ਦੀ ਹਾਜ਼ਰੀ ਲੱਗ ਗਈ, ਫਿਰ ਹੰਕਾਰ ਭਰਿਆ ਹੋਇਆ ਸਿਰ ਵੀ ਵਿਸਵੇ ਤਾਂ ਉਹ ਦੇਖਦਾ ਵੀ ਨਹੀਂ ਤੇਰੇ ਵੱਲ ਪ੍ਰਾਣੀ। ਪਰ ਜੇ ਦੇਖ ਵੀ ਲਵੇ, ਉਹ ਵੀ ਇਹੀ ਕੁਝ ਕਰਨਾ ਚਾਹੁੰਦਾ ਹੈ ਜਿਹੜਾ ਭਗਤ ਜੀ ਤੁਸੀਂ ਕਰ ਰਹੇ ਹੋ। ਹਰ ਕੀ ਭਗਤ ਕਰੋ ਮਨ ਮੀਤ, ਨਿਰਮਲ ਹੋਏ ਤੁਮਾਰੋ ਚੀਤ। ਤੇਰਾ ਹਾਰਟ, ਤੇਰਾ ਦਿਲ, ਤੇਰਾ ਮਨ, ਬੇਸ਼ੱਕ ਤੈਨੂੰ ਪਤਾ ਨਹੀਂ ਹੈ ਕਿ ਉਹ ਕਿੱਥੇ ਵੱਸਦਾ ਹੈ। ਦਰ ਉਹਨੇ ਕਿੱਥੇ ਲਗਾਇਆ ਹੈ ਆਪਣੇ ਘਰ ਨੂੰ, ਤੈਨੂੰ ਇਹ ਸੂਝ ਅਜੇ ਨਹੀਂ ਆਈ। ਪਰ ਜਿੰਨਾ ਵੀ ਤੂੰ ਨਾਮ ਸਿਮਰਦਾ ਹੈ, ਸੇਵਾ ਕਮਾ ਰਿਹਾ ਹੈ, ਮੇਰੇ ਮਿੱਤਰਾ, ਜੇ ਤੂੰ ਇਸ ਪਾਸੇ ਤੁਰ ਗਿਆ, ਪ੍ਰਭੂ ਨੂੰ ਭਾ ਗਿਆ, ਫਿਰ ਤੇਰਾ ਚਿੱਤ ਵੀ ਕਠੋਰਤਾ 'ਚੋਂ ਨਿਕਲ ਜਾਵੇਗਾ। ਹਮੇਸ਼ਾ ਹੀ ਉਸ ਪਿਆਰੇ ਦਾ ਬਣ ਜਾਵੇਗਾ ਜਿਹੜਾ ਤੇਰੇ ਲਈ ਤੜਫਦਾ ਹੈ। ਪ੍ਰਭੂ ਦੇ ਚਰਨ, ਪ੍ਰਭੂ ਦੇ ਕਮਲ ਹਮੇਸ਼ਾ ਹੀ ਆਪਣੇ ਮਨ ਦੇ ਵਿੱਚ ਰੱਖ, ਤਾਂ ਕਿ ਜਨਮ ਮਰਨ ਵਾਲਾ ਵਿਹਲਾ ਜਿਹੜਾ ਵੱਡਾ ਗੁਲਾਮੀ ਦੀ ਨਿਸ਼ਾਨੀ ਹੈ, ਉਹ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਤਰ ਜਾਣਗੇ, ਜਿਨ੍ਹਾਂ ਨੇ ਟਾਕਰਾ ਕੀਤਾ ਅਤਿਆਚਾਰ ਦਾ, ਬੇਸਮਝੀ ਦਾ। ਉਹਨਾਂ ਨੂੰ ਸਜ਼ਾ ਮਿਲ ਹੀ ਜਾਵੇਗੀ। ਤੂੰ ਪਿਆਰਿਆ ਹੁਣ ਭਰਿਆ ਹੋਇਆ ਹੈ। ਹੁਣ ਤੂੰ ਪਿਆਰਿਆਂ ਨੂੰ ਸਿਖਾ, ਜਿਹੜੇ ਤੇਰੇ ਵਾਂਗੂ ਤੇਰੀ ਜਗ੍ਹਾ ਉੱਤੇ ਸਨ, ਪਰ ਹੁਣ ਮਹਾਂਪੁਰਸ਼ਾਂ ਦੀ ਕਿਰਪਾ, ਪ੍ਰਭੂ ਦਾ ਆਸਰਾ ਤੈਨੂੰ ਮਿਲ ਚੁੱਕਿਆ ਹੈ। ਹੁਣ ਤੂੰ ਮਿਹਰ ਕਰ, ਆਪ ਜਪੋ। ਤੈਂ ਜਪ ਲਿਆ, ਅਵਰਾ ਨਾਮ ਜਪਾਵੋ। ਦੂਜਿਆਂ ਦੇ ਕੋਲ ਜਿਹਨਾਂ ਤੂੰ ਜਾਣਦਾ ਵੀ ਨਹੀਂ ਹੈ, ਉਹਨਾਂ ਨੂੰ ਤੂੰ ਉਸ ਪਾਸੇ ਤੋਰ ਲੈ ਜਿੱਥੇ ਮੋਕਸ਼ ਮਿਲਦਾ ਹੈ, ਜਿੱਥੇ ਅੰਮ੍ਰਿਤ ਵੰਡਿਆ ਜਾਂਦਾ ਹੈ, 13 ਦੇ ਰੂਪ ਦੇ ਵਿੱਚ। ਤੂੰ ਆਪ ਨਾਮ ਜਪ ਤੇ ਉਹਨਾਂ ਨੂੰ ਜਪਾ।
ਸੁਣ ਕੇ, ਕਹਿ ਕੇ, ਪੜ੍ਹ ਕੇ, ਜਿਸ ਤਰ੍ਹਾਂ ਵੀ ਤੈਨੂੰ ਚੰਗਾ ਲੱਗਦਾ ਹੈ ਪ੍ਰਾਣੀ, ਉਹ ਤਰੀਕਾ ਅਪਣਾ ਲੈ। ਸਭ ਤੋਂ ਦੁਨੀਆ ਦੇ ਵਿੱਚ ਵੱਡੀ ਚੀਜ਼ ਪ੍ਰਭੂ ਤੇਰਾ ਨਾਮ ਹੈ। ਸਾਰ ਭੂਤ ਸਤ, ਸਾਰ ਭੂਤ ਸਤ, ਸਾਰ ਭੂਰ ਸਤ। ਸਾਰੇ ਦਾ ਸਾਰਾ ਚੰਗਾ ਜੋ ਮੌਜੂਦ ਹੈ ਇਸ ਧਰਤੀ ਉੱਤੇ, ਉਹ ਤੇਰਾ ਹੀ ਹੈ। ਸਹਿਜ ਦੇ ਨਾਲ, ਮਿਹਰ ਦੇ ਨਾਲ ਉਹਦਾ ਗੁਣ ਗਾਇਨ ਕਰਨ ਕਰਕੇ ਤੇਰੇ ਮਨ ਨੂੰ ਟਿਕਾ ਆ ਜਾਵੇਗਾ। ਜਿੰਨਾ ਤੂੰ ਨੇੜੇ ਹੋਵੇਗਾ, ਓਨਾ ਹੀ ਤੇਰਾ ਜਿਹੜਾ ਅਜਨਬੀ ਬਣ ਕੇ ਰਹਿਣ ਦਾ ਸੁਭਾਅ ਬਣ ਚੁੱਕਿਆ ਹੈ, ਓਨਾ ਹੀ ਤੇਰਾ ਮਨ ਤੈਨੂੰ ਪਰੇਸ਼ਾਨ ਨਹੀਂ ਕਰੇਗਾ। ਗੁਣ ਗਾਵਤ ਤੇਰੀ ਉਤਰ ਸਮੈਲ, ਉਹਦੇ ਗੁਣ ਗਾਉਂਦਾ ਰਹਿ। ਤੇਰੀ ਜਿਹੜੀ ਮੈਲ ਹੈ ਅੰਦਰ ਮਨ ਨੂੰ ਲੱਗੀ ਹੋਈ, ਉਹ ਧੁੱਲ ਜਾਵੇਗੀ। ਗੁਰੂ ਪਿਆਰਿਓ, ਬਾਹਰ ਸਰੀਰਕ ਮੈਲ ਲਾਉਣੀ ਬੜੀ ਸੌਖੀ ਹੈ। ਜੇ ਗਵਾਂਢੀਆਂ ਦਾ ਘਰ ਵੀ ਗੰਦਾ ਹੋ ਗਿਆ ਘੱਟੇ ਨਾਲ, ਤਾਂ ਉਹ ਬਾਹਰੋਂ ਬਾਹਰ ਧਵਾ ਦਿੰਦੇ ਹਨ, ਸਾਫ਼ ਕਰਵਾ ਦਿੰਦੇ ਹਨ। ਪਰ ਅੰਦਰ ਕਮਰਿਆਂ ਦੇ ਵਿੱਚ ਅਵੱਸ਼ ਹੀ ਚਾਬੀ ਦੀ ਲੋੜ ਪੈਣੀ ਹੈ। ਦਰਵਾਜ਼ਾ ਖੁੱਲ੍ਹਣਾ ਪੈਣਾ ਹੈ ਕਿਸੇ ਨਾ ਕਿਸੇ ਨੂੰ। ਉਹ ਇਨਸਾਨ ਚਾਬੀਆਂ ਬਹੁਤ ਚੱਕੀ ਫਿਰਦਾ ਹੈ, ਪਰ ਜਿਹੜੇ ਕਮਰੇ ਨੂੰ ਉਹ ਲੱਭਦਾ ਹੈ, ਉਹ ਕਮਰਾ ਹੀ ਮੌਜੂਦ ਨਹੀਂ। ਬੇਨਤੀ ਨਾਲ ਹੀ ਮਿਲਣਾ ਹੈ ਉਹ ਕਮਰਾ। ਸਾਰਿਆਂ ਦੇ ਕੋਲ ਚਾਬੀਆਂ ਹਨ, ਗੁੱਛਿਆਂ ਦੇ ਗੁੱਛੇ ਲਟਕਾਈ ਫਿਰਦੇ ਹਾਂ, ਪਰ ਕਿਸੇ ਦੇ ਕੋਲ ਅਸਲੀ ਚਾਬੀ ਹੈ ਹੀ ਨਹੀਂ। ਮਾਸਟਰ ਕੀ, ਜਿਹੜੀ ਸਾਰੇ ਤਾਲਿਆਂ ਨੂੰ ਖੋਲ ਦਿੰਦੀ ਹੈ। ਸਾਰ ਭੂਤ ਸਤ ਹਰ ਕੋ ਨਾਉ, ਸਹਿਜ ਸੁਭਾਏ ਨਾਨਕ ਗੁਣ ਗਾਉ। ਚਤਰਾਈ ਨਾਲ ਪ੍ਰਭੂ ਨਹੀਂ ਮਿਲਦਾ। ਹੇਰਾ ਫੇਰੀ ਝੂਠ ਨਾਲ ਪ੍ਰਭੂ ਪ੍ਰਸੰਨ ਨਹੀਂ ਹੁੰਦਾ। ਜਿਸਮਾਨੀ ਤਾਕਤ, ਰਾਜਨੀਤੀ ਵਾਲੀ ਪਾਵਰ ਪ੍ਰਭੂ ਉੱਤੇ ਅਸਰ ਨਹੀਂ ਕਰਦੀਆਂ। ਜੇ ਅਸਰ ਹੁੰਦਾ ਹੈ ਸਿਰਫ ਤੇ ਸਿਰਫ ਬੇਨਤੀ ਦਾ, ਦਾਸਾਂ ਵਾਲੀ ਬੋਲੀ ਦਾ, ਡਾਊਨ ਟੂ ਅਰਥ ਝੁੱਕ ਕੇ ਲੰਬੇ ਪੈ ਕੇ ਡੰਡਵਤ ਪ੍ਰਣਾਮ ਕਰਨ ਨਾਲ, ਉਦੋਂ ਇਹ ਪ੍ਰਾਪਤੀ ਹੁੰਦੀ ਹੈ ਗੁਰੂ ਦੇ ਨਾਮ ਦੀ। ਸੱਚੇ ਪਾਤਸ਼ਾਹ ਮਿਹਰ ਕਰਦੇ ਹਨ ਕਿ ਸਹਿਜ ਸੁਭਾਏ ਨਾਨਕ ਗੁਣ ਗਾਉ। ਆਮ ਜ਼ਿੰਦਗੀ ਰੋਜ਼ ਦੀ ਤਰ੍ਹਾਂ, ਕੱਲ੍ਹ ਵੀ ਮੱਝਾਂ ਚਾਰੀਆਂ, ਅੱਜ ਵੀ ਚਾਰਦੇ ਹਨ ਧੰਨ ਧੰਨ ਗੁਰੂ ਨਾਨਕ ਦੇਵ ਜੀ। ਪਰ ਅੱਜ ਵੱਖਰਾ ਹੈ। ਸੱਚੇ ਪਾਤਸ਼ਾਹ ਨੇ ਉਸ ਵੇਲੇ ਜਦੋਂ ਕਿਸਾਨ ਦੀ ਫਸਲ ਉਜੜ ਗਈ, ਗੁਰੂ ਨਾਨਕ ਸਾਹਿਬ ਦੇ ਲਵੇਰਿਆਂ ਨੇ, ਜਿਨ੍ਹਾਂ ਨੂੰ ਉਹ ਚਾਰਦੇ ਸਨ, ਸਾਰੀ ਦੀ ਸਾਰੀ ਮੱਕੀ ਧਰਤੀ ਨਾਲ ਲਗਾ ਦਿੱਤੀ। ਪਾਤਸ਼ਾਹ ਨੂੰ ਪੁੱਛਿਆ, ਚਾਰ ਸਰੀਕੇ ਇਕੱਠੇ ਕਰਕੇ ਲੋਕ, ਗੁਰੂ ਨਾਨਕ ਸਾਹਿਬ ਨੇ ਜਵਾਬ ਦਿੱਤਾ ਕਿ ਮੇਰਾ ਕੁਝ ਹੈ ਹੀ ਨਹੀਂ ਸੀ। ਜਿਹਦਾ ਸੀ ਉਹਨੂੰ ਜਿਵੇਂ ਚੰਗਾ ਲੱਗਿਆ ਉਹਨੇ ਕਰ ਲਿਆ। ਤਾਂ ਕਿਸਾਨ ਕਹਿਣ ਲੱਗਿਆ, ਚੰਗਾ ਜਵਾਬ ਹੈ, ਆਪ ਡੰਗਰ ਦੀ ਸੰਭਾਲ ਦੇ, ਇੱਕ ਮਾਹੀ ਵਾਲੀ ਡਿਊਟੀ ਨਹੀਂ ਕਰਦੇ। ਮੈਂ ਤਾਂ ਸ਼ਿਕਾਇਤ ਕਰਾਂਗਾ ਰਾਏ ਬਲਾਰ ਦੇ ਕੋਲ, ਉੱਚੇ ਤੱਕ ਜਾਵਾਂਗਾ ਇਨਸਾਫ ਲੈਣ ਦੇ ਲਈ। ਕਹਿੰਦੇ ਹਨ
5-4 ਦਿਨਾਂ ਦੇ ਬਾਅਦ ਜਦੋਂ ਉਸੇ ਚਟਮ ਹੋਈ ਮੱਕੀ ਨੂੰ ਤੱਕਿਆ ਤਾਂ ਸਾਰੇ ਖੇਤਾਂ ਨਾਲੋਂ ਭਿੰਨ ਸੀ। ਵੱਡੀ ਤਕੜੀ ਸੀ ਕਮਾਈ। ਗੁਰੂ ਨਾਨਕ ਦਾ ਕਹਿਣਾ ਸੱਚ ਹੋ ਗਿਆ ਕਿ ਫਸਲ ਵੀ ਉਹਦੀ ਹੈ, ਪਸ਼ੂ ਵੀ ਉਹਦੇ ਹਨ। ਉਹਨੂੰ ਜਿਵੇਂ ਚੰਗਾ ਲੱਗਦਾ ਹੈ ਉਹ ਕਰਦਾ ਹੈ। ਇਹਦੇ 'ਚ ਮੇਰਾ ਕੀ ਰੋਲ ਹੈ? ਗੁਰੂ ਪਿਆਰਿਓ, ਅਪਾਰ ਕਿਰਪਾ ਕੀਤੀ ਹੈ ਧੰਨ ਧੰਨ ਗੁਰੂ ਅਰਜਨ ਦੇਵ ਜੀ ਨੇ ਕਿ ਪ੍ਰਾਣੀ ਕੁਝ ਵੀ ਨਹੀਂ ਲੱਗਦਾ ਤੇਰਾ। ਸਿੰਪਲ, ਜਸਟ ਗਿਵ ਯੂਅਰ ਸੈਲਫ ਟੂ ਹਿਮ ਐਂਡ ਸਟਾਰਟ ਇਟ। Start from tomorrow. You act like living dead body. You act like you are a good actor. And then Lord God Vaheguru will come and hold your hands. Same like he did to Tanna Bhagat. Same like he did to Kabir, Prahlad, ਨਾਮਦੇਵ। ਸਾਰਿਆਂ ਦੀ ਰੱਖਿਆ ਕੀਤੀ ਹੈ। ਅੰਤ ਸਮੇਂ ਦੇ ਵਿੱਚ ਉਹਨਾਂ ਨੂੰ ਛੁਡਾ ਲਿਆ। ਗੁਰੂ ਪਿਆਰਿਓ, ਸੱਚੇ ਪਾਤਸ਼ਾਹ ਨੇ ਮਿਹਰ ਕੀਤੀ ਹੈ ਧੰਨ ਧੰਨ ਗੁਰੂ ਅਰਜਨ ਦੇਵ ਜੀ ਨੇ। ਅੱਜ ਇੰਨਾ ਹੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।